ਸੰਗ ਨਾਮ ਦਿਓ ਮਨ ਲੀਨਾ। ਆਡ ਦਾਮ ਕੋ ਛਿਪਰੋ ਹੋਇਓ ਲਾਖੀਨਾ। ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ। ਰਵਿਦਾਸ ਟਵੰਤਾ ਟੋਰ ਨੀਤ ਤਿਨ ਤਿਆਗੀ ਮਾਇਆ। ਪ੍ਰਗਟ ਹੁਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹ ਬਿਦ ਸੁਨ ਕੇ ਜਟਰੋ ਉਠ ਭਗਤੀ ਲਾਗਾ। ਮਿਲੈ ਪ੍ਰਤੱਖ ਗੁਸਈਆਂ ਧੰਨਾ ਵਡ ਭਾਗਾ। ਇਹ ਬਿਦ ਸੁਨ ਕੇ ਜਟਰੋ ਉਠ ਭਗਤੀ ਲਾਗਾ। ਮਿਲੈ ਪ੍ਰਤੱਖ ਗੁਸਈਆਂ ਧੰਨਾ ਵਡ ਭਾਗਾ। ਸੁਕਉ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤਕ ਸਮਦੀ ਨੂਰ ਅਰਸੋਂ ਕੁਰਸੋਂ ਚਟੀਐ। ਏ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਏ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਚੰਤ ਮਹਲਾ ਚੌਥਾ। ਘਰ ਪਹਿਲਾ। ਸਤ ਸੰਗਤ ਮਿਲੈ ਵਡ ਭਾਗ ਤਾਂ ਹਰ ਰਸ ਆਵੈ ਜੀਓ। ਅਨਦਿਨ ਰਹੇ ਲਿਵ ਲਾਏ ਤਾਂ ਸਹਿਜ ਸੁਮਾਵੈ ਜੀਓ। ਸਹਿਜ ਸੁਮਾਵੈ ਤਾਂ ਹਰ ਮਨ ਭਾਵੈ। ਸਦਾ ਅਤੀਤ ਬੈਰਾਗੀ ਹਲਤ ਪਲਤ ਸੋਭਾ ਜਗ ਅੰਤਰ। ਰਾਮ ਨਾਮ ਲਿਵ ਲਾਗੀ ਹਰਿਖ ਸੋਗ ਦੁਹਾਂ ਤੇ ਮੁਕਤਾ। ਜੋ ਪ੍ਰਭ ਕਰੇ ਸੋ ਭਾਵੈ। ਸਤ ਸੰਗਤ ਮਿਲੈ ਵਡ ਭਾਗ ਤਾਂ ਹਰ ਰਸ ਆਵੈ ਜੀਓ।
ਸਤ ਸੰਗਤ ਮਿਲੈ ਵਡ ਭਾਗ, ਤਾਂ ਹਰ ਰਸ ਆਵੈ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਗਰੀਬ ਨਵਾਜ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਕਰਕੇ ਬੈਠੀ ਹੋਈ ਗੁਰੂ ਪਿਆਰੀ, ਗੁਰੂ ਸਵਾਰੀ, ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਨੂੰ ਪ੍ਰਾਪਤ ਹੋਏ ਆ ਜੋ ਅੰਮ੍ਰਿਤ ਵੇਲੇ ਸਤ ਸੰਗਤ ਦੀਆਂ ਦਾਤਾਂ ਪ੍ਰਾਪਤ ਹੋਈਆਂ। ਸਤਿਗੁਰੂ ਪਾਤਸ਼ਾਹ ਦੀ ਅਗੰਮੀ ਬਾਣੀ ਦੇ ਕੀਰਤਨ ਦੀ ਦਾਤ ਸਰਵਣ ਕੀਤੀ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਗੁਰਮੁਖ ਬਣ ਕੇ ਆਪਣਾ ਮੁਖ ਗੁਰੂ ਵੱਲ ਕਰਕੇ ਗੁਰੂ ਦੇ ਦੱਸੇ ਮੁੱਖ ਮਾਰਗ ਦੇ ਉੱਪਰ ਚੱਲਦਿਆਂ ਹੋਇਆ ਜਿਨ੍ਹਾਂ ਨੇ ਕੀਰਤੀ ਨੂੰ ਸਰਵਣ ਕੀਤਾ, ਗੁਰਮੁਖ ਜਪੀਐ ਲਾਏ ਧਿਆਨਾ। ਫਿਰ ਧਿਆਨ ਜੋੜ ਕੇ, ਮਨ ਜੋੜ ਕੇ ਜਿਨ੍ਹਾਂ ਨੇ ਜਪਿਆ ਹੈ, ਜਿਨ੍ਹਾਂ ਨੇ ਸਰਵਣ ਕੀਤਾ ਹੈ, ਆਪ ਤਰੈ ਸਗਲੇ ਕੁਲ ਧਾਰੇ। ਆਪ ਤਰ ਜਾਏਗਾ ਜਿਹੜਾ ਗੁਰਮੁਖ ਬਣਿਆ ਹੋਵੇਗਾ, ਆਪ ਤਰ ਜਾਵੇਗਾ ਜਿਹਦਾ ਮੂੰਹ ਗੁਰੂ ਵੱਲ ਹੋਵੇਗਾ, ਉਹ ਆਪ ਤਰ ਜਾਵੇਗਾ ਜਿਹੜਾ ਗੁਰੂ ਦੇ ਦੱਸੇ ਮੁੱਖ ਰਸਤੇ ਦੇ ਉੱਪਰ ਚੱਲੇਗਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿੱਥੇ ਆਪ ਤਰ ਜਾਏਗਾ ਸਗਲੇ ਕੁਲ ਤਾਰੇ, ਆਪਣੀ ਕੁਲ ਦਾ, ਆਪਣੇ ਖਾਨਦਾਨ ਦਾ, ਪੀੜ੍ਹੀਆਂ ਦਾ ਵੀ ਭਲਾ ਕਰੇਗਾ। ਇਹ ਦਰਗਾਹ ਦੇ ਵਿੱਚ ਪੱਤ ਕਹੀਏ ਇੱਜ਼ਤ ਦੇ ਨਾਲ ਜਾਵੇਗਾ, ਮਾਣ ਦੇ ਨਾਲ ਜਾਵੇਗਾ, ਸਤਿਕਾਰ ਦੇ ਨਾਲ ਜਾਵੇਗਾ। ਪਰ ਜਾਵੇਗਾ ਉਹ ਜਿਹੜਾ ਗੁਰਮੁਖ ਬਣਿਆ ਹੈ, ਜਾਵੇਗਾ ਉਹ ਜਿਹਦਾ ਮੁੱਖ ਗੁਰੂ ਵੱਲ ਹੈ। ਗੁਰੂ ਵੱਲ ਮੁੱਖ ਕਰਨ ਤੋਂ ਭਾਵ ਇਹ ਹੈ ਵੀ ਗੁਰੂ ਦੇ ਬਚਨ ਨੂੰ ਮੰਨ ਕੇ ਚੱਲਣਾ, ਗੁਰੂ ਦੇ ਕਹੇ ਹੋਏ ਬਚਨ ਨੂੰ ਕਮਾ ਕੇ ਅੱਗੇ ਤੁਰਨਾ, ਉਹਨੂੰ ਆਖਿਆ ਜਾਂਦਾ ਗੁਰੂ ਵੱਲ ਮੂੰਹ ਕਰਨਾ। ਪਰ ਜੇ ਕੇਵਲ ਬਚਨ ਸੁਣਿਆ ਹੀ, ਮੰਨਿਆ ਨਹੀਂ, ਕਮਾਈ ਨਹੀਂ ਕੀਤੀ ਹੈ, ਤੇ ਫਿਰ ਮੰਜ਼ਿਲ ਪ੍ਰਾਪਤੀ ਨਹੀਂ ਹੋਵੇਗੀ। ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਭਾਈ ਇਹ ਦਾਤਾਂ ਪ੍ਰਾਪਤ ਕੀਤੀਆਂ, ਗੁਰਮੁਖ ਬਣ ਕੇ ਸੱਚਖੰਡ ਦੀ ਪ੍ਰਾਪਤੀ ਵਾਲੇ ਬਣੇ। ਸਤਿਗੁਰਾਂ ਦੇ ਬਚਨ ਆਪਾਂ ਕੀਰਤਨ ਔਰ ਨਿਤਨੇਮ ਦੇ ਵਿੱਚ ਸਰਵਣ ਕਰ ਰਹੇ ਸੀ। ਹੁਣ ਮਹਾਰਾਜ ਜੀਆਂ ਨੇ ਸਾਡੀ ਝੋਲੀ ਦੇ ਵਿੱਚ ਇਹ ਕਥਾ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਅੰਮ੍ਰਿਤ ਬਾਣੀ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਚੰਤ ਮਹਲਾ ਚੌਥਾ, ਘਰ ਪਹਿਲਾ। ਤਨਾਸਰੀ ਰਾਗ ਦਾ ਨਾਮ ਹੈ, ਚੌਥੇ ਪਾਤਸ਼ਾਹ ਦਾ ਇਹ ਸ਼ਬਦ ਹੈ, 5 ਪੌੜੀਆਂ ਦਾ। ਸ਼ੰਤ ਨਾਮ ਦੀ ਬਾਣੀ ਹੈ, ਗੁਰੂ ਰਾਮਦਾਸ ਪਾਤਸ਼ਾਹ ਉਚਾਰਨ ਕਰਦੇ। ਇਸ ਸ਼ਬਦ ਦੀਆਂ ਪਹਿਲਾਂ 2 ਪੌੜੀਆਂ ਆਪਾਂ ਦੀਵਾਨਾਂ ਵਿੱਚ ਸਰਵਣ ਕਰ ਲਈਆਂ। ਸ਼ਬਦ ਉਹੀ ਹੈ, ਇਹਦੀ ਅਗਲੀ ਤੀਜੀ ਪੌੜੀ ਅੱਜ ਆਪਾਂ ਸਰਵਣ ਕਰਾਂਗੇ। 690 ਅੰਗ ਦੇ ਉੱਪਰ ਇਹ ਸ਼ਬਦ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਬਖਸ਼ਿਆ। ਸ਼ੰਤ ਨਾਮ ਬਾਣੀ ਦਾ ਹੈ, ਸ਼ੰਤ ਨਾਮ ਚਾਲ ਦਾ ਹੈ, ਸ਼ੰਤ ਨਾਮ ਜਸ ਦਾ ਵੀ ਹੈ। ਇਹ ਉਹਦੇ ਜਸ ਦੇ ਵਿੱਚ ਬਾਣੀ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ 5 ਪੌੜੀਆਂ ਦਾ ਸ਼ਬਦ ਬਖਸ਼ਿਸ਼ ਕਰ ਰਹੇ ਨੇ, ਜਿਹਦੇ ਵਿੱਚੋਂ 2 ਆਪਾਂ ਸਰਵਣ ਕਰ ਲਈਆਂ। ਅੱਜ ਆਪਾਂ ਤੀਜੀ ਪੌੜੀ ਸਰਵਣ ਕਰਨ ਜਾ ਰਹੇ ਹਾਂ। ਸਤ ਸੰਗਤ ਮਿਲੈ ਵਡ ਭਾਗ। ਮਹਾਰਾਜ ਫਰਮਾਉਂਦੇ ਭਾਈ
ਵੱਡਿਆਂ ਭਾਗਾਂ ਦੇ ਨਾਲ ਨਾ ਸਤ ਸੰਗਤ ਮਿਲਦੀ ਹੈ। ਸਤ ਸੰਗਤ ਕਿਹੜੀ ਹੈ? ਸਤ ਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਵਖਾਣੀਐ। ਪਿੰਡਾਂ ਦੇ ਵਿੱਚ ਸੱਥਾਂ ਵਿੱਚ ਬੈਠੇ ਹੁੰਦੇ ਨਾ ਇਕੱਠੇ ਹੋ ਕੇ, ਪਰ ਉਹਨਾਂ ਨੂੰ ਸਤ ਸੰਗਤ ਨਹੀਂ ਕਿਹਾ ਜਾਂਦਾ, ਕਿਉਂਕਿ ਉੱਥੇ ਹੋਰ ਬਚਨ ਵਿਲਾਸ ਹੋ ਰਹੇ ਨੇ, ਹੋਰ ਗੱਲਾਂ ਬਾਤਾਂ ਹੋ ਰਹੀਆਂ। ਸੱਥ ਵਿੱਚ ਬੈਠੇ ਉਹ ਸਤ ਸੰਗਤ ਨਹੀਂ ਹੈ। ਗਲੀ ਮੁਹੱਲੇ ਵਿੱਚ ਇਕੱਠੇ ਹੋ ਕੇ ਖੜ੍ਹੇ ਹਾਂ, ਬੈਠੇ ਹੋਏ ਹਾਂ, ਗੱਲਾਂ ਬਾਤਾਂ ਪਰਿਵਾਰ ਦੀਆਂ, ਸੰਸਾਰ ਦੀਆਂ, ਉਹ ਸਤ ਸੰਗਤ ਨਹੀਂ ਹੈ। ਉਹ ਆਪਣੇ ਸਮੇਂ ਨੂੰ, ਟਾਈਮ ਨੂੰ ਬਰਬਾਦ ਕਰਨਾ, ਆਪਣੇ ਮਗਜ ਨੂੰ, ਆਪਣੀ ਅਕਲ ਨੂੰ ਖਰਾਬ ਕਰਨਾ ਹੈ। ਸਤ ਸੰਗਤ ਉਹ ਹੈ ਜਿੱਥੇ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਜਪਿਆ ਜਾਵੇ, ਨਾਮ ਹੀ ਸੁਣਿਆ ਜਾਵੇ। ਉਹ ਸਤ ਸੰਗਤ ਇਹ ਹੈ ਜਿੱਥੇ ਅਸੀਂ ਆ ਕੇ ਬੈਠੇ ਹਾਂ। ਮਹਾਰਾਜ ਕਹਿਣ ਲੱਗੇ ਸਤ ਸੰਗਤ ਮਿਲੈ। ਇਹ ਜਿਹੜੀ ਸਤ ਸੰਗਤ ਹੈ ਨਾ, ਵੱਡਿਆਂ ਭਾਗਾਂ ਨਾਲ ਮਿਲਦੀ ਹੈ, ਤੇ ਜਿਨ੍ਹਾਂ ਨੂੰ ਮਿਲਦੀ ਹੈ ਨਾ ਉਹ ਸੰਗਤ ਵਾਲੇ ਹੀ ਬਣ ਜਾਂਦੇ, ਸੰਗਤ ਦੇ ਹੋ ਕੇ ਰਹਿ ਜਾਂਦੇ। ਸੈਣ ਨਾਮ ਦਾ ਇੱਕ ਭਗਤ ਹੋਇਆ, ਰੱਬ ਦੀ ਪ੍ਰੇਮਾ ਭਗਤੀ ਕਰਦਾ, ਜਿੰਨਾ ਕੁ ਨਿਤਨੇਮ, ਜਿੰਨਾ ਕੁ ਸਿਮਰਨ ਪਰਮਾਤਮਾ ਨੇ ਬਖਸ਼ਿਸ਼ ਕੀਤਾ, ਕਰਦਾ ਆਪਣੇ ਘਰ ਵਿੱਚ ਬੜੇ ਆਰਾਮ ਨਾਲ, ਬੜੇ ਆਨੰਦ ਦੇ ਨਾਲ। ਤੇ ਨਾਲ ਨਾਲ ਗੁਰਮੁਖੋ ਇਹ ਰਾਜੇ ਦਾ ਮੁੱਠੀ ਚਾਪੀ ਕਰਨ ਵਾਲਾ, ਰਾਜੇ ਨੂੰ ਮਾਲਸ਼ ਵੀ ਕਰਦਾ, ਰਾਜੇ ਦੇ ਦਰਬਾਰ ਵਿੱਚ ਨੌਕਰੀ ਕਰਦਾ। ਸੈਨ ਨਾਈ, ਸੈਨ ਇਹਦਾ ਨਾਮ ਹੈ, ਨਾਈ ਇਹਦੀ ਜਾਤ ਹੈ। ਅਤੇ ਜਿਹੜੇ ਨਾਈ ਵਗੈਰਾ ਸਨ ਉਹ ਪਹਿਲੇ ਸਮੇਂ ਵਿੱਚ ਇਹੋ ਕੰਮ, ਮੁੱਠੀ ਚਾਪੀ ਕਰਨੀ, ਸਰੀਰ ਦੀ ਮਾਲਸ਼ ਕਰਨੀ, ਇਹ ਕੰਮ ਇਸ ਪਰ ਸਿੱਧਾ ਫਿਰ ਮੈਂ ਚਲੇ ਜਾਵਾਂਗਾ ਰਾਜੇ ਦੇ ਦਰਬਾਰ ਵਿੱਚ ਨੌਕਰੀ ਕਰਨ ਵਾਸਤੇ। ਪਰ ਕਹਿਣ ਲੱਗੇ ਕੀ ਹੋਇਆ? ਇਹ ਮਨ ਵਿੱਚ ਵਿਚਾਰ ਕੇ ਨਾ, ਸੋਚ ਕੇ, ਤੇ ਭਗਤ ਸੈਨ ਜੀ ਸੰਗਤ ਵਿੱਚ ਚਲੇ ਗਏ। ਸੰਗਤ ਵਿੱਚ ਸਾਧੂ ਬੈਠੇ ਨਾਮ ਜਪਦੇ ਪਏ ਝੂਮ ਝੂਮ ਕੇ, ਤੇ ਭਗਤ ਸੈਨ ਜੀ ਵੀ ਚੌਂਕੜਾ ਲਾ ਕੇ ਬੈਠ ਗਏ। ਗੁਰਮੁਖੋ ਜਿਨ੍ਹਾਂ ਨੂੰ ਭੁੱਖ ਲੱਗਦੀ ਹੈ ਨਾ ਸੱਚੇ ਨਾਮ ਦੀ, ਉਹਨਾਂ ਨੂੰ ਉਹ ਭੋਜਨ ਮਿਲ ਜਾਵੇ, ਦੁਨੀਆ ਵਿਸਰ ਜਾਂਦੀ ਹੈ, ਦੁਨੀਆ ਭੁੱਲ ਜਾਂਦੀ ਹੈ। ਉਹ ਨਾਮ ਦੀ ਭੁੱਖ ਸੀ, ਸੰਗਤ ਦੀ ਭੁੱਖ ਹੈ। ਉਹ ਭੁੱਖ ਦਾ ਜਦੋਂ ਭੋਜਨ ਪ੍ਰਾਪਤ ਹੋਇਆ ਤੇ ਸਮਾਧੀ ਲੱਗ ਗਈ, ਧਿਆਨ ਜੁੜ ਗਿਆ। ਇਹੋ ਜਿਹਾ ਚੌਂਕੜਾ ਲਾਇਆ, ਇਹੋ ਜਿਹਾ ਧਿਆਨ ਜੁੜਿਆ ਵੀ ਚੇਤਾ ਹੀ ਭੁੱਲ ਗਿਆ ਵੀ ਮੈਂ ਕਿੱਥੇ ਜਾਣਾ। ਸੰਗਤ ਵਿੱਚੋਂ ਉੱਠ ਕੇ ਮੈਂ ਜਾਣਾ ਕਿੱਥੇ ਆ, ਖਿਆਲ ਹੀ ਭੁੱਲ ਗਿਆ। ਸਾਰੀ ਰਾਤ ਕੀਰਤਨ ਹੁੰਦਾ ਰਿਹਾ, ਤੇ ਸਾਰੀ ਰਾਤ ਭਗਤ ਸੈਨ ਜੀ ਉੱਥੇ ਬੈਠੇ ਰਹੇ ਚੌਂਕੜਾ ਲਾ ਕੇ। ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ, ਅਰਦਾਸ ਬੇਨਤੀ ਹੋਈ, ਦੀਵਾਨ ਦੀ ਸਮਾਪਤੀ ਹੋਈ, ਤੇ ਫਿਰ ਜਾ ਕੇ ਸਮਾਧੀ ਖੁੱਲ੍ਹੀ। ਜਦੋਂ ਸਮਾਧੀ ਖੁੱਲ੍ਹੀ, ਧਿਆਨ ਉੱਠਿਆ, ਤੇ ਉਸ ਵੇਲੇ ਚੇਤਾ ਆਇਆ ਵੀ ਮੈਂ ਤੇ ਰਾਤ ਨੂੰ ਜਾਂਦਾ ਰਾਜੇ ਦੇ ਦਰਬਾਰ ਦੇ ਵਿੱਚ ਜਾ ਕੇ ਮਾਲਸ਼ ਕਰਿਆ ਕਰਦਾ। ਮੇਰੀ ਤੇ ਸਾਰੀ ਰਾਤ ਇੱਥੇ ਬੈਠਿਆ ਲੰਘ ਗਈ ਹੈ, ਰਾਜੇ ਦੇ ਦਰਬਾਰ ਵਿੱਚ ਜਾਇਆ ਨਹੀਂ ਗਿਆ। ਹੁਣ ਰਾਜਾ ਮੇਰੇ ਨਾਲ ਔਖਾ ਹੋਵੇਗਾ, ਰਾਜਾ ਮੈਨੂੰ ਬੋਲ ਕਬੋਲ ਬੋਲੇਗਾ, ਰਾਜਾ ਮੈਨੂੰ ਨੌਕਰੀ ਤੋਂ ਕੱਢੇਗਾ। ਹੋ ਸਕਦਾ ਰਾਜਾ ਮੈਨੂੰ ਸਜ਼ਾ ਵੀ ਦੇ ਦੇਵੇ।
ਮਨ ਵਿੱਚ ਸੋਚਦਿਆਂ ਸੋਚਦਿਆਂ ਭਗਤ ਸੈਨ ਜੀ ਰਾਜੇ ਦੇ ਦਰਬਾਰ ਨੂੰ ਤੁਰੇ ਜਾਂਦੇ। ਜਦੋਂ ਰਾਜੇ ਦੇ ਦਰਬਾਰ ਦੇ ਵਿੱਚ ਜਾ ਕੇ ਪਹੁੰਚੇ ਤੇ ਰਾਜਾ ਭਗਤ ਸੈਨ ਜੀ ਨੂੰ ਆਉਂਦਿਆਂ ਵੇਖ ਕੇ ਤੇ ਉੱਠ ਕੇ ਖੜਾ ਹੋ ਗਿਆ। ਆਓ ਸੈਨ ਜੀ, ਆਓ ਸੈਨ ਜੀ, ਤੁਸੀਂ ਮੇਰੇ 'ਤੇ ਬੜੀ ਵੱਡੀ ਇਹ ਰਹਿਮਤ ਕੀਤੀ ਹੈ, ਮੈਨੂੰ ਦੁੱਖਾਂ ਅਤੇ ਰੋਗਾਂ ਤੋਂ ਛੁਟਕਾਰਾ ਦਿਵਾਇਆ। ਅਸਲ ਵਿੱਚ ਕੀ ਬਣਿਆ, ਜਦੋਂ ਭਗਤ ਸੈਨ ਜੀ ਸੰਗਤ ਵਿੱਚ ਬੈਠੇ ਸਨ ਤੇ ਪ੍ਰਮਾਤਮਾ ਨੂੰ ਭਗਤ ਦਾ ਰੂਪ ਬਣਾ ਕੇ ਤੇ ਰਾਜੇ ਦੇ ਦਰਬਾਰ ਵਿੱਚ ਜਾ ਕੇ ਰਾਜੇ ਦੀ ਸੇਵਾ ਕਰਨੀ ਪਈ। ਰਾਜੇ ਦੀ ਮੁੱਠੀ ਚਾਪੀ ਕੀਤੀ। ਹੁਣ ਪ੍ਰਮਾਤਮਾ ਦੇ ਹੱਥ ਲੱਗਣਗੇ ਜਿਹੜੇ ਤਨ ਦੇ ਨਾਲ, ਤੇ ਉਹ ਤਨ ਦੇ ਰੋਗ ਤੇ ਕੱਟੇ ਜਾਣਗੇ ਨਾ, ਕਸ਼ਟ ਤੇ ਕੱਟੇ ਜਾਣਗੇ। ਜਿਹੜੀਆਂ ਪੀੜਾਂ ਦਰਦਾਂ ਦੁੱਖ ਹੁੰਦੇ ਸਨ, ਪ੍ਰਮਾਤਮਾ ਦੇ ਹੱਥ ਲੱਗਣ ਦੇ ਨਾਲ ਰਾਜੇ ਦੇ ਦੁੱਖ ਤੇ ਰੋਗ ਖਤਮ ਹੋ ਗਏ। ਤੇ ਮਾਲਸ਼ ਕਰਕੇ ਜਿਹੜਾ ਆਨੰਦ ਪ੍ਰਾਪਤ ਹੋਇਆ ਉਹ ਵੱਖਰੀ ਗੱਲ, ਉਹ ਕਿਹਾ ਨਹੀਂ ਜਾ ਸਕਦਾ। ਰਾਜਾ ਅੱਜ ਰੋਗਾਂ ਤੋਂ ਰਹਿਤ ਹੋਇਆ। ਭਗਤ ਸੈਨ ਜੀ ਨੂੰ ਆਉਂਦਿਆਂ ਵੇਖ ਕੇ ਆਓ ਸੈਨ ਜੀ, ਆਓ ਸੈਨ ਜੀ, ਬੜਾ ਸਤਿਕਾਰ ਦਿੱਤਾ। ਤੇ ਭਗਤ ਸੈਨ ਜੀ ਸੋਚਦੇ ਪਏ ਵੀ ਮੈਂ ਰਾਤੀ ਸੇਵਾ ਕਰਨ ਨਹੀਂ ਆਇਆ, ਰਾਜੇ ਨੇ ਮੈਨੂੰ ਬੋਲ ਕਬੋਲ ਬੋਲਣੇ ਸਨ, ਮੈਨੂੰ ਦੰਡ ਜਾਂ ਸਜ਼ਾ ਦੇਣੀ ਸੀ। ਆਓ ਸੈਨ ਜੀ, ਆਓ ਸੈਨ ਜੀ, ਇਹ ਬੜਾ ਸਤਿਕਾਰ ਕਰਦਾ ਪਿਆ। ਮਨ ਵਿੱਚ ਵਿਚਾਰ ਆਈ ਵੀ ਹੋ ਸਕਦਾ ਹੈ ਨਹੀਂ ਆਪਣੇ ਸੇਵਾ ਵਾਸਤੇ ਕੋਈ ਨਵਾਂ ਵਿਅਕਤੀ ਰੱਖ ਲਿਆ ਹੋਵੇ, ਕੋਈ ਨਵਾਂ ਬੰਦਾ ਇਸ ਨੂੰ ਮਿਲ ਗਿਆ ਹੋਵੇ। ਪਰ ਜਦੋਂ ਭਗਤ ਸੈਨ ਜੀ ਕੋਲ ਆਇਆ ਨਾ, ਤਾਂ ਰਾਜਾ ਬੋਲ ਕੇ ਦੱਸਣ ਲੱਗ ਪਿਆ। ਕਹਿਣ ਲੱਗਾ ਵੀ ਸੇਵਾ ਤੇ ਅੱਗੇ ਤੁਸੀਂ ਰੋਜ਼ ਕਰਦੇ ਹੋ, ਬੜੀ ਵਧੀਆ ਬੜੀ ਚੰਗੀ ਕਰਦੇ ਹੋ, ਪਰ ਜਿਹੜੀ ਸੇਵਾ ਤੁਸੀਂ ਰਾਤੀ ਕੀਤੀ ਹੈ ਨਾ, ਇਹੋ ਜਿਹੀ ਸੇਵਾ ਪਹਿਲਾਂ ਨਹੀਂ ਕਦੇ ਹੋਈ। ਭਗਤ ਸੈਨ ਜੀ ਨੇ ਪੁੱਛਿਆ, ਕਹਿਣ ਲੱਗੇ ਜੀ ਕਿਹੜੀ ਸੇਵਾ ਹੋਈ ਹੈ? ਕਹਿਣ ਲੱਗੇ ਰਾਤੀ ਤੁਸੀਂ ਮੇਰੀ ਬਹੁਤ ਚੰਗੇ ਤਰੀਕੇ ਨਾਲ ਮਾਲਸ਼ ਕੀਤੀ ਹੈ, ਮੇਰੇ ਰੋਗ ਜਿਹੜੇ ਸਨ, ਦਰਦਾਂ ਤਨ ਦੀਆਂ ਪੀੜਾਂ ਸਾਰੀਆਂ ਖਤਮ ਹੋ ਗਈਆਂ, ਮੇਰਾ ਸਰੀਰ ਅਰੋਗ ਹੋ ਗਿਆ, ਤੰਦਰੁਸਤ ਹੋ ਗਿਆ। ਤੁਸੀਂ ਰਾਤੀ ਬੜਾ ਮਨ ਲਾ ਕੇ ਮੇਰੀ ਸੇਵਾ ਕੀਤੀ ਹੈ, ਇਸ ਤਰ੍ਹਾਂ ਦੀ ਸੇਵਾ ਪਹਿਲਾਂ ਤੇ ਕਦੇ ਨਹੀਂ ਹੋਈ। ਤੇ ਭਗਤ ਸੈਨ ਜੀ ਮਨ ਵਿੱਚ ਸੋਚਦੇ ਪਏ ਵੀ ਰਾਤੀ ਮੈਂ ਤੇ ਨੌਕਰੀ ਤੇ ਆਇਆ ਹੀ ਨਹੀਂ, ਮੈਂ ਤੇ ਸੰਗਤ ਵਿੱਚ ਬੈਠਾ ਸੀ ਜਾ ਕੇ ਸਾਧੂਆਂ ਦੇ ਕੋਲ, ਮੈਂ ਸੰਗਤ ਵਿੱਚ ਨਹੀਂ ਆਇਆ, ਮੈਂ ਸੰਗਤ ਵਿੱਚ ਬੈਠਾ ਰਿਹਾ, ਮੈਂ ਇਹਦੇ ਕੋਲ ਨਹੀਂ ਆਇਆ, ਨਾ ਮੈਂ ਮੁੱਠੀ ਚਾਪੀ ਕੀਤੀ ਹੈ, ਨਾ ਮੈਂ ਕੋਈ ਸੇਵਾ ਕੀਤੀ ਹੈ। ਪਰ ਰਾਜਾ ਕਹਿੰਦਾ ਵੀ ਰਾਤੀ ਤੁਸੀਂ ਬੜੀ ਚੰਗੀ ਸੇਵਾ ਕੀਤੀ ਹੈ, ਮੇਰੇ ਰੋਗ ਕੱਟੇ ਗਏ। ਜਦੋਂ ਮਨ ਵਿੱਚ ਇਹ ਸੋਚਿਆ ਤੇ ਫਿਰ ਵਿਚਾਰ ਪ੍ਰਾਪਤ ਹੋਇਆ ਵੀ ਮੇਰੀ ਥਾਂ ਤੇ ਪਰਮਾਤਮਾ ਆਇਆ ਮੇਰਾ ਰੂਪ ਬਣਾ ਕੇ। ਹਰ ਜੁਗ ਜੁਗ ਭਗਤਿਓ ਪਾਇਆ, ਪੈਜ ਰੱਖਦਾ ਆਇਆ ਰਾਮ। ਉਹ ਰਾਜਾ ਰਾਮ ਜਿਹੜਾ ਹੈ ਨਾ, ਭਗਤਾਂ ਦੀ ਇੱਜ਼ਤ ਰੱਖਦਾ, ਉਹਨਾਂ ਦੀ ਪਿੱਠ ਨਹੀਂ ਲੱਗਣ ਦਿੰਦਾ। ਇਹ ਮਨ ਵਿੱਚ ਸਮਝ ਗਿਆ ਵੀ ਪਰਮਾਤਮਾ ਆਇਆ ਮੇਰਾ ਰੂਪ ਬਣਾ ਕੇ, ਮੇਰੀ ਸ਼ਕਲ ਬਣਾ ਕੇ, ਮੇਰੇ ਤਨ ਵਰਗਾ ਤਨ ਬਣਾ ਕੇ। ਕਿਉਂਕਿ ਪਰਮਾਤਮਾ ਦਾ ਆਪਣਾ ਕੋਈ ਸਰੀਰ ਨਹੀਂ ਨਾ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਿਹਨ, ਜੇ ਰੂਪ ਰੰਗ ਅਰ ਰੇਖ ਭੇਵ ਕੂ ਕਹਿ ਨਾ ਸਕਤ ਕਹਿ। ਉਹ ਜਿਹਦੇ ਵਰਗਾ ਮਰਜ਼ੀ ਬਣ ਸਕਦਾ, ਜਿਹੋ ਜਿਹਾ ਮਰਜ਼ੀ ਸਰੀਰ ਬਣਾ ਲਵੇ। ਤੇ ਭਗਤ ਸੈਨ ਜੀ ਜਾਣ ਗਿਆ ਵੀ ਉਹ ਮੇਰਾ ਸਰੀਰ ਬਣਾ ਕੇ ਮੈਂ ਸੰਗਤ ਵਿੱਚ ਬੈਠਾ ਰਿਹਾ ਹਾਂ, ਉਹਦੇ ਨਾਮ ਨੂੰ ਜਪਦਾ ਰਿਹਾ, ਤੇ ਉਹ ਮੇਰੀ ਥਾਂ ਤੇ ਆ ਕੇ ਨੌਕਰੀ ਕਰਦਾ ਰਿਹਾ। ਇਹ ਪਰਮਾਤਮਾ ਨੇ ਸੇਵਾ ਕੀਤੀ ਹੈ ਔਰ ਮੈਨੂੰ ਮਾਣ ਦਿਵਾਇਆ, ਨਾ ਕਿ ਮੇਰਾ ਅਪਮਾਨ ਹੋਇਆ। ਗੁਰਮੁਖੋ, ਜਿਹੜੇ ਸੱਚੇ ਦਿਲੋਂ ਸ਼ਰਧਾ ਨਾਲ ਸੰਗਤ ਵਿੱਚ ਆਉਂਦੇ ਨੇ, ਉਹਨਾਂ ਦੇ ਕੰਮ ਉਹ ਵਿਗੜਨ ਨਹੀਂ ਦਿੰਦਾ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ। ਪਰ ਇੱਥੇ ਬਚਨ ਇਹ ਨਹੀਂ ਆਇਆ ਵੀ ਉਹਨਾਂ ਦੇ ਕੰਮ ਉਹ ਵਿਗਾੜ ਦਿੰਦਾ, ਵਿਗਾੜਦਾ ਨਹੀਂ। ਸੰਗਤ ਵਿੱਚ ਬੈਠਣ ਵਾਲਿਆਂ ਦੇ, ਭਗਤੀ ਕਰਨ ਵਾਲਿਆਂ ਦੇ ਉਹ ਕੰਮ ਸਵਾਰਦਾ ਹੈ, ਸਗੋਂ ਬਣਾ ਦਿੰਦਾ। ਨਾ ਵੀ ਬਣਦਾ ਹੋਵੇ ਤਾਂ ਵੀ ਬਣਾ ਦਿੰਦਾ ਹੈ, ਐਸੀ ਉਹਦੇ ਵਿੱਚ ਸਮਰੱਥਾ ਹੈ। ਜੋ ਜਨ ਤੁਮਰੀ ਭਗਤ ਕਰਨ ਤੇ, ਜਿਹੜੇ ਤੇਰੇ ਭਗਤੀ ਕਰਦੇ ਨੇ, ਤਿਨ ਕੇ ਕਾਜ ਸਵਾਰਤਾ, ਉਹਨਾਂ ਦੇ ਕਾਜ ਤੂੰ ਸਵਾਰ ਦਿੰਦਾ। ਗੋਪਾਲ ਤੇਰਾ ਆਰਤਾ, ਇਹ ਧਰਤੀ ਨੂੰ ਪਾਲਣ ਵਾਲੇ ਪਰਮਾਤਮਾ, ਐਸੀ ਤੇਰੀ ਵਡਿਆਈ ਹੈ। ਤੇ ਭਗਤ ਸੈਨ ਜੀ ਜਾਣ ਗਏ, ਜਿਹਦੀ ਸੇਵਾ ਮੈਂ ਕਰਦਾ, ਜਿਹਦਾ ਨਾਮ ਮੈਂ ਜਪਦਾ, ਉਹਨੇ ਮੇਰੀ ਥਾਂ ਤੇ ਸੇਵਾ ਕੀਤੀ ਹੈ। ਇਹ ਗੱਲ ਜਾਣ ਕੇ ਤੇ ਭਗਤ ਜੀ ਨੇ ਰਾਜੇ ਨੂੰ ਆਖਿਆ,
ਹੈ, ਤੁਹਾਡੀ ਤੇ ਨੌਕਰੀ ਸਗੋਂ ਹੋਰ ਅੱਗੇ ਵਧਣੀ ਚਾਹੀਦੀ ਹੈ, ਛੁੱਟੀ ਕਿਉਂ ਲੈਂਦੇ ਪਏ, ਛੱਡਦੇ ਕਿਉਂ ਪਏ? ਤੇ ਭਗਤ ਜੀ ਨੇ ਫਿਰ ਜਵਾਬ ਦਿੱਤਾ, ਉੱਤਰ ਦਿੱਤਾ, ਕਹਿਣ ਲੱਗੇ ਜਿਹਨੇ ਮੇਰੀ ਥਾਂ ਤੇ ਨੌਕਰੀ ਕੀਤੀ ਹੈ ਨਾ, ਹੁਣ ਮੈਂ ਉਹਦੀ ਨੌਕਰੀ ਕਰਾਂਗਾ। ਜਿਹੜਾ ਮੇਰੀ ਥਾਂ ਤੇ ਆ ਕੇ ਸੇਵਾ ਕਰਦਾ ਰਿਹਾ ਹੈ, ਹੁਣ ਮੈਂ ਜਿੰਨੀ ਉਮਰਾਂ ਬਾਕੀ ਹੈ ਮੈਂ ਹੁਣ ਉਹਦੀ ਸੇਵਾ ਕਰਾਂਗਾ। ਸੈਨ ਨਾਈ ਬੁੱਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ, ਭਗਤਾ ਮਹਿ ਗਣਿਆ। ਉਹਦੀ ਗਿਣਤੀ ਭਗਤਾਂ ਵਿੱਚ ਹੋਈ। 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਤੇ 15 ਭਗਤਾਂ ਦੇ ਵਿੱਚੋਂ ਇੱਕ ਸੈਨ ਨਾਮ ਦੇ ਭਗਤ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਭਗਤ ਸੈਨ ਜੀਆਂ ਦੀ। ਤੇ ਸਤਿਗੁਰੂ ਪਾਤਸ਼ਾਹ ਤੇ ਬਚਨ ਕਰਦੇ ਕਹਿਣ ਲੱਗੇ, ਸੈਨ ਨਾਈ ਬੁੱਤਕਾਰੀਆ। ਜਿਹੜਾ ਸੈਨ ਸੀ ਨਾ ਭਗਤ, ਨਾਈ ਜਾਤੀ ਨਾਲ ਰੱਖਦਾ ਸੀ ਸੰਬੰਧ। ਬੁੱਤਕਾਰੀਆ, ਉਹ ਘਰਾਂ ਵਿੱਚ ਜਾ ਕੇ ਮਾਲਚ ਕਰਨੀ, ਮੁੱਠੀ ਚਾਪੀ ਕਰਨੀ, ਇਹ ਕੰਮ ਕਰਦਾ। ਸੈਨ ਨਾਈ ਬੁੱਤਕਾਰੀਆ, ਉਹ ਘਰ ਘਰ ਸੁਣਿਆ। ਉਹਦੀ ਮਹਿਮਾ ਇਹੋ ਜਿਹੀ ਹੋ ਗਈ, ਵਡਿਆਈ ਇਹੋ ਜਿਹੀ ਹੋ ਗਈ ਨਾਮ ਜਪਣ ਕਰਕੇ, ਵੀ ਹਰੇਕ ਘਰ ਦੇ ਵਿੱਚ ਹੋ ਸਕਦਾ ਕਿਸੇ ਨੂੰ ਇਹ ਨਾ ਪਤਾ ਹੋਵੇ ਵੀ ਉਹ ਰਾਜਾ ਕੌਣ ਸੀ, ਪਰ ਇਹ ਜ਼ਰੂਰ ਪਤਾ ਵੀ ਭਗਤ ਸੈਨ ਨੇ ਸੇਵਾ ਕੀਤੀ ਹੈ। ਰਾਜੇ ਦਾ ਨਾਮ ਤੇ ਨਹੀਂ ਦੁਨੀਆ ਜਾਣਦੀ, ਪਰ ਰਾਜੇ ਦੀ ਸੇਵਾ ਕਰਨ ਵਾਲੇ ਦਾ ਨਾਮ ਜਾਣਦੀ ਹੈ। ਹਿਰਦੈ ਵਸਿਆ ਪਾਰ ਬ੍ਰਹਮ, ਹਿਰਦੇ ਵਿੱਚ ਪਰਮਾਤਮਾ ਵਸ ਗਿਆ ਭਗਤ ਸੈਨ ਜੀਆਂ ਦੇ। ਤੇ ਭਗਤਾਂ ਮਹਿ ਗਣਿਆ, ਉਹਦੀ ਗਿਣਤੀ ਭਗਤਾਂ ਵਿੱਚ ਹੋ ਗਈ। ਸ਼੍ਰੋਮਣੀ ਭਗਤ ਨੇ 15 ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਲਿਖਵਾਉਣ ਵਾਲੇ, ਉਹਨਾਂ ਵਿੱਚ ਭਗਤ ਜੀ ਆਪਣੀ ਬਾਣੀ ਦਰਜ ਕਰਵਾ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰ ਦੇ ਵਿੱਚ ਪ੍ਰਵਾਨ ਹੋਏ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਇਹ ਵਾਹਿਗੁਰੂ। ਹੈ ਜਿਨ੍ਹਾਂ ਨੂੰ ਸਤ ਸੰਗਤ ਦਾ ਰੰਗ ਲੱਗਾ ਹੈ। ਮਹਾਰਾਜ ਕਹਿਣ ਲੱਗੇ, ਸਤ ਸੰਗਤ ਮਿਲੈ ਵੱਡ ਭਾਗ। ਜੇ ਸੰਗਤ ਵਿੱਚ ਆ ਕੇ ਬੈਠਾ ਹੈ, ਇਹ ਸੰਗਤ ਵੱਡਿਆਂ ਭਾਗਾਂ ਨਾਲ ਮਿਲਦੀ ਹੈ। ਇਹ ਸੰਗਤ ਮਿਲੀ ਹੈ ਭਗਤ ਸੈਨ ਜੀਆਂ ਨੂੰ। ਸੰਗਤ ਨੂੰ ਪ੍ਰਾਪਤ ਕਰਕੇ ਉਹ ਪ੍ਰਮਾਤਮਾ ਦੀ ਪ੍ਰਾਪਤੀ ਵਾਲੇ ਬਣ ਗਏ। ਗੁਰੂ ਕਿਹਾ, ਸਿੱਖਾ ਤੂੰ ਵੀ ਸੰਗਤ ਵਿੱਚ ਆਉਣਾ ਹੈ। ਜਿੱਦਣ ਤੇਰਾ ਧਿਆਨ ਵੀ ਭਗਤ ਸੈਨ ਦੇ ਵਾਂਗ ਜੁੜ ਗਿਆ, ਉਦਣ ਤੂੰ ਵੀ ਤਰ ਜਾਏਗਾ। ਪਰ ਜਦੋਂ ਜੁੜੇਗਾ ਉਹਦੇ ਵਾਂਗ, ਜਦੋਂ ਧਿਆਨ ਜੁੜੇਗਾ ਨਾ ਭਗਤ ਸੈਨ ਦੇ ਵਾਂਗ, ਤੇ ਤਰ ਤੂੰ ਵੀ ਜਾਵੇਂਗਾ। ਇਸ ਕਰਕੇ ਆਪਾਂ ਸੰਗਤ ਵਿੱਚ ਧਿਆਨ ਜੋੜਨ ਵਾਸਤੇ ਆਉਂਦੇ ਹਾਂ, ਨਾ ਕਿ ਧਿਆਨ ਤੋੜਨ ਵਾਸਤੇ। ਇਹ ਤਾਂ ਹੀ ਬਚਨ ਕਰੀਦਾ ਨਾ ਵੀ ਸੰਗਤ ਵਿੱਚ ਆ ਕੇ ਆਪਾਂ ਨਾ ਬੋਲੀਏ, ਸੰਗਤ ਵਿੱਚ ਆਪਣਾ ਮੋਬਾਈਲ ਜਿਹੜਾ ਉਹ ਨਾ ਚੱਲਦਾ ਹੋਵੇ, ਤਾਂ ਕਿ ਜੇ ਮੇਰਾ ਧਿਆਨ ਨਹੀਂ ਜੁੜਿਆ ਤੇ ਮੇਰੇ ਨਾਲ ਦੇ ਬੈਠੇ ਦਾ ਜੁੜਿਆ ਹੋਇਆ, ਮੈਂ ਆਪਣਾ ਤਾਂ ਨਹੀਂ ਜੋੜ ਸਕਿਆ, ਪਰ ਜਿਹਦਾ ਜੁੜਿਆ ਉਹਦਾ ਨਾ ਮੇਰੇ ਕੋਲੋਂ ਟੁੱਟ ਜਾਵੇ। ਇਹ ਤਾਂ ਬੇਨਤੀਆਂ ਕੀਤੀਆਂ ਜਾਂਦੀਆਂ ਵੀ ਚੁੱਪ ਕਰਕੇ ਸੰਗਤ ਵਿੱਚ ਬੈਠ ਕੇ ਧਿਆਨ ਜੋੜੀਏ। ਤੇ ਗੁਰਮੁਖੋ ਜਿਨ੍ਹਾਂ ਦਾ ਧਿਆਨ ਜੁੜ ਗਿਆ ਨਾ, ਉਹਨਾਂ ਦੇ ਕੰਮ ਫਿਰ ਪਰਮਾਤਮਾ ਆਪ ਕਰਦਾ ਆ ਕੇ, ਉਹਨਾਂ ਦੇ ਕੰਮ ਉਹ ਆਪੇ ਕਰਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਤ ਸੰਗਤ ਮਿਲੈ ਵੱਡ ਭਾਗ। ਇਹ ਵੱਡਿਆਂ ਭਾਗਾਂ ਨਾਲ ਗੁਰਮੁਖੋ ਸਤ ਸੰਗਤ ਪ੍ਰਾਪਤ ਹੁੰਦੀ ਹੈ। ਤਾਂ ਹਰ ਰਸ ਆਵੈ ਜਿਉ। ਸਤ ਸੰਗਤ ਪ੍ਰਾਪਤ ਹੋਈ ਹੈ, ਪਰਮਾਤਮਾ ਦੇ ਨਾਮ ਦਾ ਰਸ ਵੀ ਉਹਨਾਂ ਨੂੰ ਹੀ ਆਇਆ। ਸੰਗਤ ਬਿਨਾ ਨਾਮ ਨਹੀਂ ਜਪਿਆ ਜਾਂਦਾ, ਤੇ ਨਾਮ ਤੋਂ ਬਿਨਾ ਗੁਰਮੁਖੋ ਰਸ ਨਹੀਂ ਆਉਂਦਾ। ਤੇ ਜਿਨ੍ਹਾਂ ਨੂੰ ਰਸ ਆ ਗਿਆ, ਉਹਨਾਂ ਨੂੰ ਦੁਨੀਆ ਦੇ ਪਦਾਰਥ ਫਿੱਕੇ ਲੱਗਦੇ ਨੇ, ਤੁੱਛ ਲੱਗਦੇ ਨੇ, ਛੋਟੇ ਲੱਗਦੇ ਨੇ। ਭਾਵੇਂ ਕਿ ਦੁਨੀਆ ਦੇ ਪਦਾਰਥਾਂ ਵਿੱਚ ਬੜੀ ਮਿਠਾਸ ਹੈ, ਬੜੇ ਸਵਾਦ ਨੇ, ਪਰ ਉਹ ਕੇਵਲ ਸਾਡੇ ਵਾਸਤੇ ਨੇ, ਕਿਉਂਕਿ ਅਸੀਂ ਉਹਨਾਂ ਸਵਾਦਾਂ ਤੱਕ ਹੀ ਸੀਮਤ ਹਾਂ। ਉਹਦੇ ਤੋਂ ਅੱਗੇ ਸਾਨੂੰ ਪਤਾ ਹੀ ਨਹੀਂ ਵੀ ਹੋਰ ਵੀ ਕੋਈ ਸਵਾਦ ਹੁੰਦਾ। ਪਰ ਜਿਹੜੇ ਉਹ ਸਵਾਦ ਤੋਂ ਅੱਗੇ ਲੰਘ ਗਏ ਨਾ, ਪਰਮਾਤਮਾ ਦੇ ਨਾਮ ਦਾ ਸਵਾਦ ਜਿਨ੍ਹਾਂ ਨੂੰ ਆ ਗਿਆ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਦੁਨੀਆ ਦੇ ਪਦਾਰਥ ਤੇ ਸਵਾਦ ਐਵੇਂ ਫਿੱਕੇ, ਜਿਨ੍ਹਾਂ ਨੂੰ ਹਰੀ ਦੇ ਨਾਮ ਦਾ ਰਸ ਆਇਆ ਹੈ। ਅਣਦਿਨ ਰਹਿ ਲਿਵ ਲਾਏ। ਸਤਿਗੁਰੂ ਪਾਤਸ਼ਾਹ ਨੂੰ ਪੁੱਛਿਆ ਵੀ ਜਿਨ੍ਹਾਂ ਨੂੰ ਨਾਮ ਦਾ ਰਸ ਆਇਆ, ਉਹਨਾਂ ਦਾ ਲੱਛਣ ਕੀ ਹੈ, ਨਿਸ਼ਾਨੀ ਕੀ ਹੈ? ਤੇ ਮਹਾਰਾਜ ਕਹਿਣ ਲੱਗੇ, ਪਹਿਲੀ ਨਿਸ਼ਾਨੀ ਤੇ ਇਹ ਹੈ ਵੀ ਉਹ ਦਿਨੇ ਰਾਤ ਆਪਣਾ ਧਿਆਨ ਹੀ ਲਾ ਕੇ ਬੈਠੇ ਰਹਿੰਦੇ। ਸਾਡਾ ਧਿਆਨ ਨਹੀਂ ਨਾ ਜੁੜਦਾ ਇੱਕ ਮਿੰਟ ਵਾਸਤੇ, ਅਸੀਂ ਨਿਤਨੇਮ ਕਰਨਾ ਹੋਵੇ ਤੇ ਜੁੜ ਕੇ ਨਹੀਂ ਨਾ ਬੈਠ ਸਕਦੇ। ਪਰ ਜਿਨ੍ਹਾਂ ਨੂੰ ਰਸ ਆਇਆ ਨਾ, ਉਹ ਦਿਨੇ ਰਾਤ ਧਿਆਨ ਜੁੜਿਆ ਹੀ ਰਹਿੰਦਾ, ਉਹਨਾਂ ਦੇ ਚੌਂਕੜੇ ਲੱਗੇ ਹੀ ਰਹਿੰਦੇ, ਨੇਤਰ ਬੰਦ ਹੀ ਰਹਿੰਦੇ। ਉਹ ਅੰਦਰੋਂ ਅੰਦਰੀ ਪ੍ਰਮਾਤਮਾ ਦੇ ਦਿਦਾਰੇ ਕਰਦੇ ਪਏ ਨੇ, ਅੰਦਰੋਂ ਹੀ ਨਾਮ ਦਾ ਰਸ ਲੈਂਦੇ ਪਏ, ਸਵਾਦ ਲੈਂਦੇ ਪਏ। ਇੱਥੋਂ ਪਤਾ ਲੱਗ ਗਿਆ ਵੀ ਉਹ ਸਤ ਸੰਗਤ ਵਿੱਚ ਆ ਕੇ ਜੁੜੇ ਨੇ।
ਅਣਦਿਨ ਰਹਿ ਲਿਵ ਲਾਏ, ਉਹ ਦਿਨੇ ਰਾਤ ਲਿਵ ਲਾ ਕੇ ਧਿਆਨ ਲਾ ਕੇ ਪਰਮਾਤਮਾ ਦੇ ਸਿਮਰਨ ਵਿੱਚ ਜੁੜੇ ਹੋਏ ਹਨ। ਤਾਂ ਸਹਿਜ ਸਮਾਵੈ ਜਿਉ, ਉਹਨਾਂ ਦੇ ਅੰਦਰ ਸ਼ਾਂਤੀ ਆਦਿਕ ਗੁਣ ਸਮਾ ਜਾਂਦੇ। ਜਿਸ ਸ਼ਾਂਤੀ ਨੂੰ ਅਸੀਂ ਲੱਭਦੇ ਫਿਰਦੇ ਨਾ, ਬਾਹਰ ਜਾ ਜਾ ਕੇ ਸ਼ਾਂਤੀ ਢੂੰਡਦੇ ਪਏ ਆ, ਉਹ ਸ਼ਾਂਤੀ ਉਹਨਾਂ ਗੁਰਮੁਖਾਂ ਨੂੰ ਬੈਠਿਆ ਹੀ ਨਾਮ ਦੇ ਵਿੱਚੋਂ ਹੀ ਪ੍ਰਾਪਤ ਹੋ ਗਈ ਹੈ। ਇਹੋ ਜਿਹਾ ਸ਼ਾਂਤ ਹੋ ਗਿਆ ਵੀ ਉਹਨਾਂ ਦੀ ਸ਼ਾਂਤੀ ਨੂੰ ਤੋੜ ਕੋਈ ਨਹੀਂ ਸਕਿਆ, ਵਿਗਾੜ ਕੋਈ ਨਹੀਂ ਸਕਿਆ। ਐਸੇ ਗੁਰਮੁਖ ਸ਼ਾਂਤ ਸੁਭਾਅ ਹੋ ਜਾਂਦੇ ਹਨ। ਸਹਿਜ ਸਮਾਵੈ ਤਾਂ ਹਰ ਮਨ ਭਾਵੈ। ਅੱਜ ਕਹਿਣ ਲੱਗੇ ਜਿਹੜੇ ਸਹਿਜ ਵਿੱਚ ਸਮਾ ਗਏ, ਜਿਹੜੇ ਸ਼ਾਂਤੀ ਵਿੱਚ ਸਮਾ ਗਏ, ਪਰਮਾਤਮਾ ਦੇ ਮਨ ਨੂੰ ਭਾਉਂਦੇ ਵੀ ਉਹ ਹੀ ਨੇ। ਜੋ ਸ਼੍ਰੋਮਣੀ ਹੈ ਨਾ ਪਰਮਾਤਮਾ, ਭਾਏ ਉਹ ਨੇ, ਚੰਗੇ ਉਹ ਲੱਗੇ ਨੇ ਜਿਨ੍ਹਾਂ ਦੇ ਮਨ ਵਿੱਚ ਸ਼ਾਂਤੀ ਆਈ ਹੈ। ਤੇ ਜਿਹਦਾ ਮਨ ਹੀ ਭੜਕਦਾ ਪਿਆ, ਹਰ ਵੇਲੇ ਮਨ ਦੌੜਦਾ ਪਿਆ, ਫਿਰ ਉਹ ਭਾਉਂਦਾ ਵੀ ਨਹੀਂ ਹੈ, ਉਹ ਚੰਗਾ ਵੀ ਨਹੀਂ ਲੱਗਦਾ ਹੈ। ਚੰਗਾ ਉਹ ਲੱਗਦਾ ਪਿਆ ਗੁਰਮੁਖੋ ਜਿਹਦਾ ਮਨ ਜੁੜ ਗਿਆ ਹੈ, ਜਿਹਦੇ ਮਨ ਵਿੱਚ ਸ਼ਾਂਤੀ ਆਈ ਹੈ। ਸਦਾ ਅਤੀਤ ਬੈਰਾਗੀ, ਉਹ ਜਿਹੜੇ ਗੁਰਮੁਖ ਨੇ ਬੈਰਾਗੀਆਂ ਦੇ ਵਾਂਗ ਅਤੀਤ ਹੋ ਜਾਂਦੇ। ਜਿਵੇਂ ਬੈਰਾਗੀ ਸਾਧੂ ਹੁੰਦੇ ਨਾ, ਉਹਨਾਂ ਦੇ ਵਾਂਗ ਅਤੀਤ ਕਹੀਏ। ਤਿੰਨਾਂ ਗੁਣਾਂ ਤੋਂ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਇਹ ਜਿਹੜੇ ਤਿੰਨ ਗੁਣ ਨੇ, ਇਹਨਾਂ ਗੁਣਾਂ ਤੋਂ ਗੁਰਮੁਖ ਰਹਿਤ ਹੋ ਜਾਂਦੇ। ਬੈਰਾਗ ਆ ਜਾਂਦਾ ਹੈ। ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ, ਧਨ ਸੋ ਤੇਰਾ ਥਾਨ। ਇਹ ਬਚਨ ਮਾਰ ਐਸਾ ਬੈਰਾਗ ਆਇਆ ਵੀ ਕੇਵਲ ਤੇਰੇ ਦਰਸ਼ਨਾਂ ਦੀ ਇੱਛਾ ਹੈ, ਉਹਦੇ ਤੋਂ ਬਿਨਾਂ ਕੁਝ ਨਹੀਂ। ਸਗਲ ਭਵਨ ਕੇ ਨਾਇਕਾ ਇੱਕ ਸ਼ੈਨ, ਇਹ ਬੈਰਾਗ ਹੈ ਕਿ ਮੈਨੂੰ ਦੁਨੀਆ ਦੇ ਪਦਾਰਥ ਨਹੀਂ ਚਾਹੀਦੇ, ਦੁਨੀਆ ਦੀ ਵਸਤੂ ਦੀ ਗਿਣਤੀ ਨਹੀਂ ਚਾਹੀਦੀ ਵੀ ਕਿੰਨੀ ਹੈ, ਬਸ ਕੇਵਲ ਇਹ ਚਾਹੀਦਾ ਵੀ ਤੇਰੇ ਦਿਦਾਰੇ ਹੋ ਜਾਣ, ਤੇਰੇ ਦਰਸ਼ਨਾਂ ਵਾਸਤੇ ਮੈਨੂੰ ਸਭ ਕੁਝ ਦੇਣਾ ਪਵੇ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਤਨ ਦੇਣਾ ਪਵੇ, ਮਨ ਦੇਣਾ ਪਵੇ, ਧਨ ਦੇਣਾ ਪਵੇ, ਮੈਂ ਸਭ ਕੁਝ ਭੇਟ ਕਰ ਦਿਆਂਗਾ, ਕੇਵਲ ਤੁਹਾਡਾ ਦਿਦਾਰਾ ਹੋ ਜਾਵੇ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋਂ ਬਕੋ ਸੁਭ ਰਸਨਾ ਦੀਜੈ ਪ੍ਰਾਨ। ਦੁਨੀਆ ਦੇ ਲੋਕ ਤੇ ਪੈਸੇ ਦੀ ਭੇਟਾ ਰੱਖਦੇ, ਮੈਂ ਤੇ ਆਪਣੀ ਜਿੰਦ ਜਾਨ ਕੱਢ ਕੇ ਭੇਟ ਦੇ ਦੇਵਾਂ, ਪਰ ਮੈਨੂੰ ਕੋਈ ਪਰਮਾਤਮਾ ਨਾਲ ਜੋੜ ਦੇਵੇ, ਕੋਈ ਮਿਲਾ ਦੇਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਦਾ ਅਤੀਤ ਬੈਰਾਗੀ, ਉਹ ਬੈਰਾਗੀਆਂ ਦੇ ਵਾਂਗ, ਸਾਧੂਆਂ ਦੇ ਵਾਂਗ ਤਿੰਨਾਂ ਗੁਣਾਂ ਤੋਂ ਗੁਰਮੁਖ ਰਹਿਤ ਹੋ ਜਾਂਦੇ ਹਨ। ਹਲਤ ਪਲਤ ਸੋਭਾ ਜਗ ਅੰਤਰ, ਗੁਰਮੁਖੋ ਉਹਨਾਂ ਦੀ ਹਲਤ ਐਸ ਲੋਕ ਦੇ ਵਿੱਚ ਵੀ ਸੋਭਾ ਹੁੰਦੀ ਹੈ। ਜਿਨ੍ਹਾਂ ਦਾ ਧਿਆਨ ਜੁੜ ਗਿਆ ਨਾ, ਜਿਹੜੇ ਬੈਰਾਗਵਾਨ ਹੋ ਗਏ, ਇੱਥੇ ਵੀ ਸੋਭਾ। ਦੁਨੀਆ ਮੱਥਾ ਟੇਕਦੀ ਹੈ, ਫੁੱਲਾਂ ਦਾ ਹਾਰ ਪਾਉਂਦੀ ਹੈ, ਚਰਨਾਂ ਨੂੰ ਸਪਰਸ਼ ਕਰਦੀ ਹੈ, ਇੱਥੇ ਵੀ ਸ਼ੋਭਾ, ਇੱਥੇ ਵੀ ਮਾਨ। ਤੇ ਪਲਤ ਨਾਮ ਗੁਰਮੁਖੋ ਪਰਲੋਕ ਦਾ, ਜਦੋਂ ਸਰੀਰ ਛੱਡ ਕੇ ਰੱਬ ਦੀ ਦਰਗਾਹ ਨੂੰ ਤੁਰਨਗੇ ਨਾ, ਉੱਥੇ ਵੀ ਉਹਨਾਂ ਦੀ ਸ਼ੋਭਾ ਹੀ ਹੋਵੇਗੀ, ਉੱਥੇ ਵੀ ਨਮਸਕਾਰਾਂ ਹੀ ਹੋਣਗੀਆਂ। ਹੈ ਸਭ ਜਗ ਭਇਓ ਜੈ ਜੈ ਜੈ, ਇਹ ਬਚਨ ਮਹਾਰਾਜ ਦੇ। ਪਰਲੋਕ ਦੇ ਵਿੱਚ ਵੀ ਜੈ ਜੈਕਾਰ ਹੁੰਦੀ ਉਹਨਾਂ ਦੀ, ਪਰਲੋਕ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਨਾਅਰੇ ਜਕਾਰੇ ਉਹਨਾਂ ਦੇ ਗੂੰਜਦੇ। ਹਲਤ ਪਲਤ ਸੋਭਾ, ਦੋਵਾਂ ਥਾਵਾਂ ਤੇ ਸੋਭਾ ਹੋਵੇਗੀ, ਇੱਥੇ ਵੀ ਤੇ ਪਰਲੋਕ ਵਿੱਚ ਵੀ, ਨਾਮ ਜਪਣ ਵਾਲੇ ਦੀ। ਔਰ ਜਿਹੜਾ ਨਾਮ ਨਹੀਂ ਜਪਦਾ, ਉਹਦੀ ਇੱਥੇ ਵੀ ਬੇਪਤੀ ਹੈ ਤੇ ਪਰਲੋਕ ਦੇ ਵਿੱਚ ਵੀ ਬੇਪਤੀ ਹੈ। ਇੱਥੇ ਵੀ ਉਹਦਾ ਅਪਮਾਨ ਹੁੰਦਾ ਹੈ ਤੇ ਪਰਲੋਕ ਵਿੱਚ ਵੀ ਅਪਮਾਨ ਹੁੰਦਾ। ਨਾਮ ਜਪਣ ਵਾਲਿਆਂ ਦੀ ਇੱਥੇ ਸ਼ੋਭਾ ਹੈ। ਹਲਤ ਸੁਖ ਪਲਤ ਸੁਖ, ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ। ਸਦਾ ਲੀਜੈ ਮਿਟਹਿ ਕਮਾਣੇ, ਪਾਪ ਚਰਾਣੇ ਸਾਧ ਸੰਗਤ ਮਿਲ ਬੂਆ ਜੀਜੈ। ਲੋਕ ਦਾ ਸੁਖ, ਪਰਲੋਕ ਦਾ ਸੁਖ, ਨਿਤਾ ਪ੍ਰਤੀ ਸੁਖ, ਸਾਰੇ ਸੁਖ ਸਿਮਰਨ ਵਿੱਚੋਂ ਪ੍ਰਾਪਤ ਹੁੰਦੇ, ਨਾਮ ਵਿੱਚੋਂ ਮਿਲਦੇ। ਮਹਾਰਾਜ ਕਹਿਣ ਲੱਗੇ ਹਲਤ ਪਲਤ ਸੋਭਾ, ਲੋਕ ਪਰਲੋਕ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ। ਸੋਭਾ ਜਗ ਅੰਤਰ, ਅਤੇ ਜਗ ਦੇ ਅੰਤਰ ਵੀ ਉਹਨਾਂ ਦੀ ਗੁਰਮੁਖੋ ਸ਼ੋਭਾ ਹੁੰਦੀ ਹੈ। ਇਸ ਦੁਨੀਆ ਵਿੱਚ ਜਦੋਂ ਰਹਿੰਦੇ ਨੇ ਨਾ, ਉਦੋਂ ਵੀ ਸ਼ੋਭਾ ਜੈ ਜੈਕਾਰ ਮਾਨ ਵਡਿਆਈ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਰਾਮ ਨਾਮ ਲਿਵ ਲਾਗੀ, ਕਿਉਂਕਿ ਉਹਨਾਂ ਦੀ ਲਿਵ ਜਿਹੜੀ ਹੈ ਨਾ ਰਾਮ ਦੇ ਨਾਮ ਵਿੱਚ ਲੱਗੀ ਹੈ, ਧਿਆਨ ਉਹਨਾਂ ਦਾ ਨਾਮ ਦੇ ਵਿੱਚ ਜੁੜ ਗਿਆ, ਤਾਂ ਸ਼ੋਭਾ ਹੁੰਦੀ ਹੈ। ਸ਼ੋਭਾ ਉਹਨਾਂ ਦੀ ਹੋਈ ਹੈ ਜਿਨ੍ਹਾਂ ਦਾ ਧਿਆਨ ਜੁੜਿਆ ਹੈ। ਹੁਣ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਵੇਖ ਲਈਏ ਵੀ ਸਾਡਾ ਧਿਆਨ ਕਿੰਨਾ ਕੁ ਜੁੜਿਆ। ਜੇ ਤੇ ਜੁੜ ਗਿਆ ਤੇ ਸਾਡੀ ਇੱਥੇ ਵੀ ਸ਼ੋਭਾ ਹੋਵੇਗੀ ਤੇ ਪਰਲੋਕ ਵਿੱਚ ਵੀ ਹੋਵੇਗੀ।
ਪਰ ਜੇ ਹਾਲੇ ਲਿਵ ਲੱਗੀ ਨਹੀਂ ਹੈ, ਦੂਜਿਆਂ ਦੇ ਵੱਲ ਹੀ ਵੇਖਦੇ ਪਏ ਆ ਵੀ ਕੀ ਖਾਇਆ ਤੇ ਕੀ ਪਾਇਆ ਹੈ, ਤੇ ਫਿਰ ਸਮਝ ਲਈਏ ਵੀ ਅਜੇ ਧਿਆਨ ਜੁੜਿਆ ਨਹੀਂ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਰਾਮ ਦੇ ਨਾਮ ਦੇ ਵਿੱਚ ਲਿਵ ਲਾਉਣ ਵਾਲੇ, ਧਿਆਨ ਲਾਉਣ ਵਾਲੇ ਗੁਰਮੁਖ ਲੋਕ ਪਰਲੋਕ ਦੀ ਸ਼ੋਭਾ ਪਾਉਂਦੇ ਹਨ। ਹਰਖ ਸੋਗ ਦੁਹਾਂ ਤੇ ਮੁਕਤਾ। ਗੁਰਮੁਖੋ ਜਿਨ੍ਹਾਂ ਦਾ ਧਿਆਨ ਜੁੜਿਆ ਹੈ ਨਾ, ਹੁਣ ਧਿਆਨ ਦੇ ਵਿੱਚ ਕੀ ਹੁੰਦਾ ਵੀ ਅਸੀਂ ਅੱਖਾਂ ਬੰਦ ਕਰਕੇ ਤੇ ਵਿਖਾ ਦਿਆਂਗੇ ਵੀ ਆਹ ਵੇਖੋ ਜੀ ਮੇਰਾ ਤੇ ਚੌਂਕੜਾ ਲੱਗਾ, ਆਪਾਂ ਤੇ ਅੱਖਾਂ ਬੰਦ ਕੀਤੀਆਂ। ਕੀ ਦਰਸਾਉਂਦਾ ਪਿਆ ਹਾਂ ਵੀ ਮੇਰਾ ਧਿਆਨ ਜੁੜਿਆ ਹੋਇਆ, ਜੋ ਕਿਹਾ ਜਾ ਰਿਹਾ ਮੈਂ ਉਹ ਵਾਕਿਆ ਹੀ ਬਣ ਗਿਆ। ਤੇ ਸਤਿਗੁਰੂ ਪਾਤਸ਼ਾਹ ਫਿਰ ਇੱਕ ਪਰਖ ਦੱਸਦੇ ਵੀ ਉਹਦੀ ਪਰਖ ਵੀ ਕੀਤੀ ਜਾ ਸਕਦੀ ਹੈ ਵੀ ਵਾਕਿਆ ਹੀ ਜੁੜਿਆ ਹੋਇਆ। ਤੇ ਉਹਦੇ ਵਾਸਤੇ ਮਹਾਰਾਜ ਕਹਿਣ ਲੱਗੇ, ਹਰਖ ਸੋਗ ਦੋਹਾਂ ਤੇ ਮੁਕਤਾ। ਜੇ ਖੁਸ਼ੀ ਆ ਗਈ ਹੈ ਨਾ, ਤੇ ਖੁਸ਼ੀ ਵੱਲੋਂ ਵੀ ਉਹ ਰਹਿਤ ਹੈ, ਖੁਸ਼ੀ ਦੇ ਵਿੱਚ ਉਹ ਛਾਲਾਂ ਨਹੀਂ ਮਾਰਦਾ ਵੱਡੀਆਂ ਵੱਡੀਆਂ। ਤੇ ਜੇ ਆ ਗਈ ਹੈ ਗਮੀ, ਕੋਈ ਦੁੱਖ ਕੋਈ ਬਿਪਤਾ ਪੈ ਗਈ ਹੈ, ਤੇ ਉਹਦੇ ਵਿੱਚ ਉਹ ਢਾਹ ਨਹੀਂ ਮਾਰਦਾ, ਉਹ ਰੁੰਦਾ ਨਹੀਂ ਮੋਢਿਆਂ ਦੇ ਨਾਲ ਲੱਗ ਲੱਗ ਕੇ। ਧਿਆਨ ਜੋੜਨ ਵਾਲੇ ਦੀ ਇਹ ਨਿਸ਼ਾਨੀ ਹੈ। ਆਪਾਂ ਇਹ ਤੇ ਵਿਖਾ ਦਿਆਂਗੇ ਵੀ ਮੇਰਾ ਧਿਆਨ ਜੁੜਿਆ, ਮੈਂ ਚੌਂਕੜਾ ਲਾ ਕੇ ਤੇ ਨੇਤਰ ਬੰਦ ਕਰਕੇ ਬੈਠਾ, ਦੁਨੀਆ ਨੇ ਆਖਣਾ ਵੀ ਬੜਾ ਧਿਆਨ ਜੋੜੀ ਬੈਠਾ। ਪਰ ਅਸਲ ਵਿੱਚ ਧਿਆਨ ਜੁੜੇ ਦੀ ਨਿਸ਼ਾਨੀ ਇਹ ਹੈ ਵੀ ਜੇ ਆ ਗਈ ਨਾ ਖੁਸ਼ੀ, ਪਦਾਰਥ ਆ ਗਿਆ, ਵਸਤੂਆਂ ਆ ਗਈਆਂ, ਦੁਨੀਆ ਦੀ ਜੈ ਜੈਕਾਰ ਆ ਗਈ, ਤੇ ਉਹ ਇਹਦੇ ਵਿੱਚ ਲੱਗ ਕੇ ਪ੍ਰਮਾਤਮਾ ਨੂੰ ਨਹੀਂ ਭੁੱਲਦਾ। ਪਰ ਗੁਰਮੁਖੋ ਆਪਾਂ ਭੁੱਲ ਜਾਵਾਂਗੇ। ਜੇ ਆਪਾਂ ਨੂੰ ਕੋਈ ਪਦਾਰਥ ਮਿਲ ਜਾਏ ਨਾ ਲੋੜ ਤੋਂ ਵੱਧ, ਤੇ ਜ਼ਰੂਰ ਭੁੱਲ ਜਾਵਾਂਗੇ। ਪਾਰਟੀਆਂ ਜਸ਼ਨ ਸ਼ੁਰੂ ਹੋ ਜਾਣਗੇ, ਗੁਰੂ ਦਾ ਮਾਣ ਸਨਮਾਨ ਪਰੇ ਕਿਧਰੇ ਗਿਆ, ਕੋਈ ਚੇਤਾ ਨਹੀਂ ਰਹੇਗਾ। ਤੇ ਰੱਬ ਨਾ ਕਰੇ ਜੇ ਕਿਤੇ ਬਿਪਤਾ ਦਾ ਸਮਾਂ ਪੈ ਜਾਵੇ, ਸਾਡਾ ਕੋਈ ਸੰਗੀ ਸਾਥੀ, ਕੋਈ ਦੋਸਤ ਮਿੱਤਰ, ਕੋਈ ਭੈਣ ਭਰਾ, ਕੋਈ ਰਿਸ਼ਤੇਦਾਰ ਦੁਨੀਆ ਤੋਂ ਚਲੇ ਜਾਵੇ, ਤੇ ਫਿਰ ਵੀ ਅਸੀਂ ਆਪਣੇ ਆਪ ਤੇ ਕੰਟਰੋਲ ਨਹੀਂ ਕਰ ਪਾਵਾਂਗੇ। ਪਤਾ ਨਹੀਂ ਸਾਡੇ ਕੇਸ ਖੁੱਲ੍ਹੇ ਨੇ ਕਿ ਬੱਧੇ ਨੇ, ਕੱਪੜਾ ਪਾਇਆ ਹੈ ਕਿ ਨਹੀਂ ਪਾਇਆ, ਕੁਝ ਖਾਧਾ ਹੈ ਕਿ ਨਹੀਂ ਖਾਧਾ। ਐਸੀ ਹਾਲਤ ਹੋ ਜਾਂਦੀ ਹੈ, ਕਮਲਿਆਂ ਝੱਲਿਆਂ ਦੇ ਨਾਲੋਂ ਵੀ ਪਰੇ ਗੱਲ ਚਲੇ ਜਾਂਦੀ ਹੈ। ਫਿਰ ਉੱਥੋਂ ਇਹ ਸਮਝ ਲੈਣਾ ਚਾਹੀਦਾ ਵੀ ਇਹਦਾ ਧਿਆਨ ਹਾਲੇ ਜੁੜਿਆ ਨਹੀਂ। ਮਹਾਰਾਜ ਕਹਿੰਦੇ ਜਿਹਦਾ ਧਿਆਨ ਜੁੜ ਗਿਆ ਹੈ ਨਾ, ਹਰਖ ਸੋਗ ਦੋਹਾਂ ਤੇ ਮੁਕਤਾ। ਉਹਨੂੰ ਜੇ ਖੁਸ਼ੀ ਮਿਲ ਗਈ ਹੈ, ਜੇ ਗਮੀ ਮਿਲ ਗਈ ਹੈ, ਦੋਨਾਂ ਤੋਂ ਮੁਕਤ ਰਹਿੰਦਾ, ਰਹਿਤ ਰਹਿੰਦਾ। ਨਾ ਖੁਸ਼ੀ ਦੇ ਵਿੱਚ ਭੁੱਲਦਾ, ਨਾ ਗਮੀ ਦੇ ਵਿੱਚ ਭੁੱਲਦਾ ਹੈ। ਗਮੀ ਦੇ ਵਿੱਚ ਵੀ ਉਹ ਤੇਰਾ ਸ਼ੁਕਰ ਕਰਦਾ ਪਿਆ, ਤੇ ਖੁਸ਼ੀ ਦੇ ਵਿੱਚ ਵੀ ਤੇਰਾ ਸ਼ੁਕਰ ਕਰਦਾ ਹੈ। ਇਹ ਹੈ ਨਿਸ਼ਾਨੀ ਵੀ ਜਿਹਦਾ ਧਿਆਨ ਜੁੜਿਆ ਹੈ। ਜੋ ਪ੍ਰਭ ਕਰੇ ਸੋ ਭਾਵੈ। ਨਿਸ਼ਾਨੀ ਇਹ ਹੈ ਵੀ ਪਰਮਾਤਮਾ ਜੋ ਕਰਦਾ ਨਾ ਉਹਨੂੰ ਚੰਗਾ ਲੱਗਦਾ, ਵੀ ਆਹ ਪਰਮਾਤਮਾ ਨੇ ਕੀਤਾ ਬੜਾ ਹੀ ਚੰਗਾ ਕੀਤਾ। ਪਰ ਸਾਨੂੰ ਨਹੀਂ ਲੱਗਦਾ। ਧੁੱਪ ਜ਼ਿਆਦਾ ਲੱਗ ਗਈ ਤੇ ਤਾਂ ਵੀ ਅਸੀਂ ਰੱਬ ਦਾ ਨੁਕਸ ਕੱਢਾਂਗੇ, ਠੰਡ ਜ਼ਿਆਦਾ ਪੈ ਗਈ ਤਾਂ ਵੀ ਰੱਬ ਦਾ ਨੁਕਸ ਹੈ, ਹਵਾ ਚੱਲ ਪਈ ਤੇ ਕਿਉਂ ਚੱਲ ਪਈ ਹੈ, ਮੀਂਹ ਪੈ ਗਿਆ ਤੇ ਕਿਉਂ ਪੈ ਗਿਆ, ਮੇਰਾ ਲੱਕ ਗੋਡਾ ਪੀੜ ਹੋਇਆ ਤੇ ਕਿਉਂ ਹੋਇਆ, ਜੇ ਨਹੀਂ ਹੋਇਆ ਤੇ ਕਿਉਂ ਨਹੀਂ ਹੋਇਆ। ਅਸੀਂ ਹਰੇਕ ਗੱਲ ਦੇ ਵਿੱਚ ਰੱਬ ਦੇ ਕੀਤੇ ਦੇ ਉੱਪਰ ਮਾੜਾ ਹੀ ਕਹਿੰਦੇ ਵੀ ਰੱਬ ਨੇ ਨਹੀਂ ਸਹੀ ਕੀਤਾ, ਮੈਂ ਹੁੰਦਾ ਤੇ ਚੰਗਾ ਕਰ ਦਿੰਦਾ। ਪਰ ਇਹ ਗੱਲ ਉਹਨਾਂ ਦੀ ਹੈ ਜਿਨ੍ਹਾਂ ਦਾ ਧਿਆਨ ਨਹੀਂ ਜੁੜਿਆ। ਜਿਨ੍ਹਾਂ ਦਾ ਧਿਆਨ ਜੁੜਿਆ ਨਾ ਉਹ ਕਹਿਣ ਲੱਗੇ ਪ੍ਰਮਾਤਮਾ ਜੋ ਤੂੰ ਕੀਤਾ ਇਹਦੇ ਤੋਂ ਵਧੀਆ ਕੋਈ ਕਰ ਹੀ ਨਹੀਂ ਸਕਦਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਰੰਗ। ਇਹ ਉਹਨਾਂ ਨੇ ਆਖਿਆ ਜਿਨ੍ਹਾਂ ਦਾ ਧਿਆਨ ਜੁੜਿਆ। ਉਹ ਉਹਦੇ ਭਾਣੇ ਵਿੱਚ ਰਹਿੰਦੇ, ਉਹਦੇ ਕਹਿਣੇ ਵਿੱਚ ਰਹਿੰਦੇ, ਉਹਦੇ ਹੁਕਮ ਦੇ ਵਿੱਚ ਰਹਿੰਦੇ। ਤੇ ਤਾਂ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ ਨਾ, ਤੇਰਾ ਕੀਆ। ਇਹ ਜਿਨ੍ਹਾਂ ਦਾ ਧਿਆਨ ਜੁੜਿਆ ਨਾ ਉਹਨਾਂ ਨੇ ਉਹਦੇ ਕੀਤੇ ਨੂੰ ਸਬਰ ਦੇ ਨਾਲ ਮੰਨਿਆ, ਸ਼ੁਕਰ ਦੇ ਨਾਲ ਮੰਨਿਆ। ਆਖਿਆ ਜੋ ਤੂੰ ਕਰਦਾ ਹੈ ਬਿਲਕੁਲ ਠੀਕ ਹੀ ਕਰਦਾ। ਇਹ ਹੈ ਜੁੜੇ ਹੋਇਆਂ ਦੀ ਨਿਸ਼ਾਨੀ। ਤੇ ਟੁੱਟੇ ਹੋਏ ਤੇ ਹਰੇਕ ਗੱਲ ਦੇ ਉੱਪਰ ਸ਼ੰਕਾ ਕਰਨਗੇ, ਇੱਥੋਂ ਤੱਕ ਕਿ ਬਾਣੀ ਤੇ ਵੀ ਸ਼ੰਕਾ ਕਰਨਗੇ, ਗੁਰੂ ਗ੍ਰੰਥ ਸਾਹਿਬ ਤੇ ਵੀ ਕਰ ਲੈਣਗੇ। ਪਰ ਇਹ ਲੱਛਣ ਉਹਨਾਂ ਦਾ ਜਿਹੜਾ ਟੁੱਟਿਆ ਹੋਇਆ। ਜਿਹੜਾ ਜੁੜਿਆ ਹੋਇਆ ਉਹ ਰੱਬ ਦੇ ਕਿਸੇ ਕੰਮ ਦੇ ਉੱਪਰ ਸ਼ੰਕਾ ਨਹੀਂ ਕਰਦਾ, ਕਦੇ ਕਿੰਤੂ ਨਹੀਂ ਕਰਦਾ, ਕਦੇ ਸਵਾਲ ਨਹੀਂ ਕਰਦਾ ਵੀ ਇਹ ਕੁਝ ਕਿਉਂ ਹੋਇਆ ਹੈ। ਜੋ ਪ੍ਰਭ ਕਰੇ ਸੋ ਭਾਵੇ। ਪਰਮਾਤਮਾ ਜੋ ਕਰਦਾ ਉਹ ਗੁਰਮੁਖਾਂ ਨੂੰ ਭਾਉਂਦਾ ਚੰਗਾ ਲੱਗਦਾ ਹੈ। ਸਤ ਸੰਗਤ ਮਿਲੈ ਵਡ ਭਾਗ, ਤਾਂ ਹਰ ਰਸ ਆਵੈ ਜਿਉ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਤ ਸੰਗਤ ਵੱਡਿਆਂ ਭਾਗਾਂ ਨਾਲ ਮਿਲਦੀ ਹੈ। ਇਹ ਸੰਗਤ ਲੈਣ ਵਾਸਤੇ ਹੀਰੇ ਮੋਤੀ ਜਵਾਹਰਾਤ ਜਿੰਨੀ ਮਰਜ਼ੀ ਮਾਇਆ ਤੇਰੇ ਕੋਲ ਹੈ, ਧਨ ਦੇ ਬਦਲੇ ਸੰਗਤ ਨਹੀਂ ਉਹ ਮਿਲਣੀ।
ਇਹ ਸੰਗਤ ਅਮੁੱਲਕ ਹੈ। ਸੰਗਤ ਦੀ ਘੜੀ ਖਰੀਦਿਆ ਨਹੀਂ ਮਿਲੇਗੀ। ਜੇ ਤੂੰ ਇਹ ਕਹਿ ਦੇਵੇਂ ਨਾ ਵੀ ਇੰਨੀ ਧਨ ਦੌਲਤ ਕੋਈ ਲੈ ਲਵੇ ਤੇ ਸੰਗਤ ਦੀ ਘੜੀ ਮੈਨੂੰ ਦੇ ਦਿਓ, ਨਹੀਂ ਮਿਲੇਗੀ। ਸੰਗਤ ਕਿਵੇਂ ਮਿਲਦੀ ਹੈ? ਸੰਗਤ ਮਿਲੇ ਵਡਭਾਗ, ਵੱਡਿਆਂ ਭਾਗਾਂ ਦੇ ਨਾਲ, ਵੱਡਿਆਂ ਕਰਮਾਂ ਦੇ ਨਾਲ ਇਹ ਸੰਗਤ ਮਿਲਦੀ ਹੈ ਜਿਹਦੇ ਵਿੱਚ ਆ ਕੇ ਬੈਠੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤਾਂ ਹਰ ਰਸ ਆਵੈ ਜੀਓ, ਜਿਨ੍ਹਾਂ ਨੂੰ ਸੰਗਤ ਮਿਲੀ ਹੈ ਰੱਬ ਦੇ ਨਾਮ ਦਾ ਰਸ ਵੀ ਉਹਨੂੰ ਆਇਆ। ਤੇ ਜੇ ਕੋਈ ਵਿਅਕਤੀ ਆਖੇ ਵੀ ਸੰਗਤ ਮੈਂ ਨਾ ਕਰਾਂ ਪਰ ਘੜੀ ਸੰਗਤ ਦੀ ਖਰੀਦ ਲਵਾਂ, ਖਰੀਦਿਆ ਨਹੀਂ ਜਾਣਾ। ਸੰਗਤ ਦਾ ਸਮਾਂ ਖਰੀਦ ਕੋਈ ਨਹੀਂ ਸਕਦਾ ਤੇ ਨਾ ਹੀ ਕੋਈ ਲੈ ਸਕਦਾ ਹੈ। ਇਹ ਸੰਗਤ ਦਾ ਸਮਾਂ ਤੇ ਅਮੋਲਕ ਹੈ ਤੇ ਵੱਡਿਆਂ ਭਾਗਾਂ ਨਾਲ ਜਿਹਨੂੰ ਮਿਲਿਆ ਕੇਵਲ ਉਹਨੂੰ ਹੀ ਮਿਲਿਆ ਹੈ। ਉਹਦੇ ਕੋਲੋਂ ਖੋਹ ਕੋਈ ਨਹੀਂ ਸਕਦਾ, ਨਾ ਕੋਈ ਪਰਿਵਾਰ ਦਾ ਮੈਂਬਰ ਤੇ ਨਾ ਕੋਈ ਰਾਜਾ ਮਹਾਰਾਜਾ ਸੰਗਤ ਦੇ ਸਮੇਂ ਨੂੰ ਖੋਹ ਨਹੀਂ ਸਕੇਗਾ, ਨਾ ਸੰਗਤ ਦੇ ਸਮੇਂ ਦਾ ਮੁੱਲ ਨਹੀਂ ਪਾ ਸਕੇਗਾ। ਇਹ ਸੰਗਤ ਐਸੀ ਹੈ। ਤੇ ਮਹਾਰਾਜ ਕਹਿਣ ਲੱਗੇ ਸਤ ਸੰਗਤ ਮਿਲੈ ਵਡਭਾਗ, ਇਹ ਸਤ ਸੰਗਤ ਵੱਡਿਆਂ ਭਾਗਾਂ ਨਾਲ ਮਿਲੀ ਹੈ ਤਾਂ ਹਰ ਰਸ ਆਵੈ ਜੀਓ। ਜਿਨ੍ਹਾਂ ਨੂੰ ਸੰਗਤ ਮਿਲੀ ਹੈ ਉਹਨਾਂ ਨੂੰ ਨਾਮ ਦਾ ਰਸ ਆਇਆ, ਨਾਮ ਦਾ ਸਵਾਦ ਆਇਆ। ਤੇ ਸਾਨੂੰ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਵੀ ਨਾਮ ਜਪਣ ਵਾਲੇ, ਲਿਵ ਲਾਉਣ ਵਾਲਿਆਂ ਦੀ ਸ਼ੋਭਾ ਹੁੰਦੀ ਹੈ ਲੋਕ ਤੇ ਪਰਲੋਕ ਦੇ ਵਿੱਚ। ਤੇ ਲਿਵ ਜਿਹਦੀ ਲੱਗੀ ਹੈ ਉਹ ਖੁਸ਼ੀ ਤੇ ਗਮੀ ਤੋਂ ਮੁਕਤ ਹੋ ਜਾਂਦਾ। ਇਹ ਲਿਵ ਲੱਗਣ ਦੀ ਨਿਸ਼ਾਨੀ ਹੈ। ਪਰ ਜਿਨ੍ਹਾਂ ਦੀ ਲੱਗ ਗਈ ਹੈ ਉਹਨਾਂ ਨੂੰ ਲੋਕ ਪਰਲੋਕ ਦਾ ਸੁੱਖ ਮਿਲਦਾ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਹਰਖ ਸੋਗ ਦੁਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੈ। ਸਤ ਸੰਗਤ ਮਿਲੈ ਵਡਭਾਗ, ਤਾਂ ਹਰ ਰਸ ਆਵੈ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।